ਕੀ ਤੁਸੀਂ ਜਾਣਦੇ ਹੋ ਕਿ ਸਦੀਆਂ ਤੋਂ ਗੁਰੂ ਸਾਹਿਬ ਨੂੰ ਔਖੇ ਸਮੇਂ ਵਿਦਾਵਾ ਦੇਣ ਦਾ ਕਲੰਕ ਸਹਿ ਰਹੇ ਮਾਝੇ ਦੇ ਜੁਝਾਰੂ ਸਿੰਘਾਂ ਨੇ ਤਾਂ ਕਦੀ ਗੁਰੂ ਸਾਹਿਬ ਨੂੰ ਵਿਦਾਵਾ ਦਿੱਤਾ ਹੀ ਨਹੀਂ ਸੀ। ਇਹ ਵਿਦਾਵਾ ਦੇਣ ਵਾਲੇ ਤਾਂ ਕੋਈ ਹੋਰ ਹੀ ਸਨ। ਇਸ ਇਤਿਹਾਸਿਕ ਘਟਨਾ ਦੇ ਪਿੱਛੇ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ, ਸਤਿ ਸ਼੍ਰੀ ਅਕਾਲ ਗੇਮ ਚੇਂਜਰਸ ਸਕਸੈਸ ਦਾਰਾ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਅੱਜ ਹੈ 21 ਵਿਸਾਖ ਦਾ ਉਹ ਯਾਦਗਾਰ ਦਿਨ ਜਦੋਂ ਵਿਦਾਵਾ ਦੇ ਚੁੱਕੇ 40 ਸਿੱਖਾਂ ਨੇ ਗਲਤੀ ਦਾ ਅਹਿਸਾਸ ਹੋਣ ਤੇ ਧਰਮ ਯੁੱਧ ਵਿੱਚ ਸ਼ਹੀਦੀਆਂ ਪਾ ਕੇ ਗੁਰੂ ਸਾਹਿਬ ਨਾਲ ਆਪਣੀ ਸਾਂਝ ਦੀ ਟੁੱਟੀ ਡੋਰ ਦੁਬਾਰਾ ਗੰਢੀ ਸੀ। ਪਰ 40 ਮੁਕਤੀਆਂ ਦੀ ਸ਼ਹੀਦੀਆਂ ਦੀ ਯਾਦ ਵਿੱਚ ਜੋੜ ਮੇਲਾ ਤਾਂ ਲੋਹੜੀ ਤੋਂ ਅਗਲੇ ਦਿਨ ਮਾਘੀ ਤੇ ਲੱਗਦਾ ਹੈ। ਫਿਰ ਮੈਂ 21 ਵਿਸਾਖ ਕਿਉਂ ਕਿਹਾ? ਦਰਅਸਲ 40 ਮੁਕਤੀਆਂ ਦੀਆਂ ਸ਼ਹੀਦੀਆਂ ਤਾਂ ਵਿਸਾਖ ਦੇ ਮਹੀਨੇ ਵਿੱਚ ਗਰਮੀ ਦੀ ਰੁੱਤ ਵਿੱਚ ਹੋ ਗਈਆਂ ਸਨ, ਜਿਸ ਦੀ ਗਵਾਹੀ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਵੀ ਭਰਦਾ ਹੈ। ਪਰ ਇਸ ਨੂੰ ਮਾਘੀ ਨਾਲ ਇਸ ਕਰਕੇ ਜੋੜਿਆ ਗਿਆ ਕਿਉਂਕਿ ਪੁਰਾਣੇ ਟਾਈਮ ਵਿੱਚ ਅੰਧ ਵਿਸ਼ਵਾਸ ਦਾ ਬੋਲਬਾਲਾ ਸੀ। ਲੋਕ ਇਸ ਦਿਨ ਪ੍ਰਯਾਗ, ਹਰਿਦੁਆਰ ਤੇ ਹੋਰ ਕਈ ਥਾਵਾਂ ਤੇ ਜਾ ਕੇ ਇਸ਼ਨਾਨ ਕਰਦੇ ਸਨ, ਬ੍ਰਾਹਮਣਾਂ ਨੂੰ ਦਾਨ ਦੇਣ ਤੇ ਹੋਰ ਕਈ ਤਰ੍ਹਾਂ ਦੇ ਕਰਮਕਾਂਡਾਂ ਵਿੱਚ ਉਲਝੇ ਹੋਏ ਸਨ। ਤਦ ਕੌਮ ਦੇ ਸੂਝਵਾਨ ਵਿਦਵਾਨਾਂ ਨੇ ਮਾਘੀ ਦੇ ਦਿਨ ਨੂੰ ਸ਼ਹੀਦੀਆਂ ਨਾਲ ਜੋੜ ਦਿੱਤਾ ਤਾਂ ਕਿ ਸਿੱਖ ਇਸ ਦਿਨ ਕਰਮਕਾਂਡਾਂ ਤੋਂ ਬਾਹਰ ਨਿਕਲ ਕੇ ਮੁਕਤਸਰ ਸਾਹਿਬ ਦੀ ਧਰਤੀ ਤੇ ਆ ਕੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਤੇ ਵਿਰਸੇ ਨਾਲ ਜੁੜੇ ਰਹਿਣ। ਆਓ ਹੁਣ ਗੱਲ ਕਰਦੇ ਹਾਂ ਇਤਿਹਾਸ ਦੀ ਉਸ ਘਟਨਾ ਦੀ ਜਿਸ ਨੂੰ ਬਿਲਕੁਲ ਵੀ ਇਮਾਨਦਾਰੀ ਨਾਲ ਨਹੀਂ ਲਿਖਿਆ ਗਿਆ ਸੀ। ਗੁਰੂ ਸਾਹਿਬ ਦੀ ਫੌਜ ਦੇ ਕਿਸੇ ਵੀ ਸਿਪਾਹੀ ਨੇ ਉਹਨਾਂ ਨੂੰ ਕਦੇ ਵੀ ਵਿਦਾਵਾ ਨਹੀਂ ਦਿੱਤਾ ਸੀ। ਬਿਕੋਜ਼ ਜਦੋਂ ਆਪਾਂ ਫੌਜੀਆਂ ਦੇ ਪਿੱਛੇ ਹਟਣ ਦੀ ਗੱਲ ਕਰਦੇ ਹਾਂ ਤਾਂ ਫਿਰ ਉਂਗਲੀ ਗੁਰੂ ਸਾਹਿਬ ਦੀ ਲੀਡਰਸ਼ਿਪ ਤੇ ਵੀ ਉੱਠਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਸੂਝਵਾਨ ਜਰਨੈਲ ਤਾਂ ਸ਼ਾਇਦ ਹੀ ਇਤਿਹਾਸ ਵਿੱਚ ਦੂਜਾ ਕੋਈ ਹੋਇਆ ਹੋਣਾ। ਅਸਲ ਵਿੱਚ ਇਹ ਸਮੇਂ ਦੀਆਂ ਸਰਕਾਰਾਂ ਦੀਆਂ ਚਾਲਾਂ ਹੁੰਦੀਆਂ ਹਨ ਕਿ ਕਿਸ ਤਰ੍ਹਾਂ ਆਮ ਜਨਤਾ ਦਾ ਕੌਮ ਦੇ ਹੀਰੋਜ਼ ਤੋਂ ਮੋਹ ਭੰਗ ਕੀਤਾ ਜਾਵੇ। ਇਸੇ ਲਈ ਹੀ ਫਿਰ ਇਹ ਝੂਠੀਆਂ ਕਹਾਣੀਆਂ ਗੜੀਆਂ ਜਾਂਦੀਆਂ ਸਨ ਕਿ ਮਾਝੇ ਦੇ ਸਿੰਘ ਵਿਦਾਵਾ ਦੇ ਗਏ, ਮਾਲਵੇ ਤੇ ਦੁਆਬੇ ਵਾਲੇ ਪੱਕੇ ਹਨ। ਵਿਦਾਵੇ ਤੋਂ ਪਹਿਲਾਂ ਦੀ ਇੱਕ ਹੋਰ ਝੂਠੀ ਕਹਾਣੀ ਦਾ ਜ਼ਿਕਰ ਸਾਨੂੰ ਇਤਿਹਾਸ ਵਿੱਚ ਮਿਲਦਾ ਹੈ। ਮਾਲਵੇ ਦੇ ਸਿੰਘ ਕਿਲੇ ਚੋਂ ਨਿਕਲਣ ਲਈ ਇੱਕ ਨਾਟਕ ਕਰਦੇ ਹਨ। ਇੱਕ ਸਿੰਘ ਮਰਨ ਦਾ ਢੋਂਗ ਕਰਦਾ ਹੈ ਤੇ 4-5 ਉਸ ਨੂੰ ਮੋਢਿਆਂ ਤੇ ਚੁੱਕ ਕੇ ਲਿਜਾਂਦੇ ਹਨ, ਬਿਲਕੁਲ ਉਸ ਤਰ੍ਹਾਂ ਜਿਵੇਂ ਕਿਸੇ ਨੂੰ ਸੰਸਕਾਰ ਕਰਨ ਲਈ ਲਿਜਾਇਆ ਜਾਂਦਾ ਹੈ। ਗੁਰੂ ਸਾਹਿਬ ਦੇ ਪੁੱਛਣ ਤੇ ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਇਹ ਭੁੱਖ ਨਾਲ ਚੜ੍ਹਾਈ ਕਰ ਗਿਆ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹਰ ਇੱਕ ਸਿੰਘ ਮੇਰੇ ਆਪਣੇ ਪੁੱਤਰਾਂ ਵਰਗਾ ਹੈ, ਇਸ ਦੀ ਚਿਖਾ ਨੂੰ ਅੱਗ ਦੇਣ ਦੀ ਸੇਵਾ ਅਸੀਂ ਆਪ ਕਰਾਂਗੇ। ਇਹ ਸੁਣ ਕੇ ਉਹ ਨਾਟਕ ਕਰਨ ਵਾਲਾ ਸਿੰਘ ਘਬਰਾ ਜਾਂਦਾ ਹੈ ਤੇ ਉੱਠ ਕੇ ਭੱਜ ਖਲੋਂਦਾ ਹੈ। ਇਹਨਾਂ ਸਭ ਕਹਾਣੀਆਂ ਰਾਹੀਂ ਸਰਕਾਰ ਦਾ ਪਲਾਨ ਸੀ ਕਿ ਮਾਝੇ ਮਾਲਵੇ ਵਾਲੇ ਸਿੰਘ ਇੱਕ ਦੂਜੇ ਨੂੰ ਬਦਨਾਮ ਕਰਨ, ਆਪਸ ਵਿੱਚ ਲੜਦੇ ਰਹਿਣ ਤਾਂ ਕਿ ਮੇਨ ਲੀਡਰਸ਼ਿਪ ਨੂੰ ਸਪੋਰਟ ਕਰਨ ਵਾਲਾ ਕੋਈ ਨਾ ਬਚੇ। ਵਿਦਾਵੇ ਦੀ ਜੋ ਝੂਠੀ ਕਹਾਣੀ ਪ੍ਰਚਲਿਤ ਹੈ, ਈਵਨ 4 ਸਾਹਿਬਜ਼ਾਦੇ ਮੂਵੀ ਵਿੱਚ ਵੀ ਉਹੀ ਸਟੋਰੀ ਦਿਖਾਈ ਗਈ ਹੈ। ਉਸ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਸਮਾਂ ਵਾਲੀਆਂ ਚਿੱਠੀਆਂ ਆਉਣ ਤੋਂ ਬਾਅਦ ਵੀ ਅਨੰਦਪੁਰ ਸਾਹਿਬ ਛੱਡਣ ਤੋਂ ਮਨਾ ਕਰ ਦਿੰਦੇ ਹਨ, ਉਦੋਂ ਇਹ ਸਿੰਘ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਅਸੀਂ ਹੁਣ ਭੁੱਖ ਬਰਦਾਸ਼ਤ ਨਹੀਂ ਕਰ ਸਕਦੇ ਤੇ ਫਿਰ ਉਹ ਵਿਦਾਵਾ ਲਿਖ ਕੇ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਂਦੇ ਹਨ। ਪਰ ਥੋੜਾ ਜਿਹਾ ਗਹਿਰਾਈ ਨਾਲ ਸੋਚਣ ਵਾਲੀ ਗੱਲ ਹੈ ਕਿ ਚਾਰੇ ਪਾਸੋਂ ਦੁਸ਼ਮਣ ਦੀ ਫੌਜਾਂ ਨੇ ਲੱਖਾਂ ਦੀ ਗਿਣਤੀ ਵਿੱਚ ਘੇਰਾ ਪਾਇਆ ਹੋਇਆ ਹੈ ਤੇ ਜੇ ਉਹ 40 ਸਿੰਘ ਬਾਹਰ ਨਿਕਲੇ ਹੋਣਗੇ ਤਾਂ ਕੀ ਦੁਸ਼ਮਣ ਨੇ ਉਹਨਾਂ ਨੂੰ ਚੁੱਪਚਾਪ ਜਾਣ ਦਿੱਤਾ ਹੋਊਗਾ? ਤੁਸੀਂ ਅੱਜ ਦੇ ਟਾਈਮ ਦੇ ਹਿਸਾਬ ਨਾਲ ਹੀ ਐਗਜ਼ਾਮਪਲ ਲੈ ਕੇ ਦੇਖ ਸਕਦੇ ਹੋ ਕਿ ਜਦੋਂ ਕਿਸੇ ਮੂਵਮੈਂਟ ਵਿੱਚ ਕੋਈ ਅੱਧ ਵਿਚਕਾਰ ਸਮਰਪਣ ਕਰ ਦਿੰਦਾ ਹੈ ਤਾਂ ਕੀ ਪੁਲਿਸ ਉਸ ਨੂੰ ਜਾਣ ਦਿੰਦੀ ਹੈ? ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਦੁਸ਼ਮਣ ਦਾ ਪੂਰਾ ਭੇਦ ਲੈਂਦੀ ਹੈ ਤੇ ਐਵੇਂ ਉਸ ਸਮੇਂ ਮੁਗਲ ਫੌਜਾਂ ਨੇ ਕੀਤਾ ਹੋਊਗਾ। ਉਹਨਾਂ 40 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨਾਲ ਕੁੱਟਮਾਰ ਕੀਤੀ ਹੋਊਗੀ, ਉਹਨਾਂ ਤੋਂ ਪੂਰਾ ਭੇਦ ਲਿਆ ਹੋਊਗਾ ਕਿ ਅੰਦਰ ਕਿੰਨੇ ਲੋਕ ਹਨ, ਕਿੰਨਾ ਉਹਨਾਂ ਕੋਲ ਰਾਸ਼ਨ ਹੈ, ਕਿੰਨਾ ਅਸਲਾ ਹੈ। ਦੁਸ਼ਮਣ ਨੂੰ ਵੀ ਪਤਾ ਸੀ ਕਿ 8 ਮਹੀਨੇ ਤੋਂ ਅਸੀਂ ਘੇਰਾ ਪਾਈ ਬੈਠੇ ਹਾਂ ਤੇ ਸਾਡੀ ਪੇਸ਼ ਨਹੀਂ ਜਾ ਰਹੀ, ਉਧਰੋਂ ਲੱਖਾਂ ਦੀ ਫੌਜ ਦਾ ਖਰਚਾ ਵੀ ਪੈ ਰਿਹਾ ਹੈ ਤੇ ਇਹਨਾਂ ਵਿਦਾਵਿਆਂ ਤੋਂ ਸਾਨੂੰ ਅੰਦਰ ਦੀ ਪੂਰੀ CID ਮਿਲ ਸਕਦੀ ਹੈ। ਤੇ ਸੁਭਾਵਿਕ ਜੀ ਗੱਲ ਹੈ ਕਿ ਜੋ ਭੁੱਖ ਦੇ ਮਾਰੇ ਗੁਰੂ ਸਾਹਿਬ ਨੂੰ ਛੱਡ ਕੇ ਚਲੇ ਗਏ ਉਹ ਮੁਖਬਰ ਬਣਨ ਲੱਗਿਆਂ ਵੀ ਦੇਰ ਨਹੀਂ ਲਾਉਣਗੇ। ਪਰ ਇਹੋ ਜਿਹੀ ਕਿਸੇ ਵੀ ਘਟਨਾ ਦਾ ਜ਼ਿਕਰ ਸਾਨੂੰ ਇਤਿਹਾਸ ਵਿੱਚ ਨਹੀਂ ਮਿਲਦਾ। ਅਸਲ ਵਿੱਚ ਦੁਖਾਂਤ ਗੱਲ ਇਹ ਹੈ ਕਿ ਸਾਡੀਆਂ ਲਿਖਤਾਂ ਲਿਖੀਆਂ ਹੀ ਗੈਰਾਂ ਨੇ ਹਨ। ਅੱਜ ਜੋ ਇਤਿਹਾਸ ਵੀ ਆਪਾਂ ਪੜ੍ਹ ਰਹੇ ਹਾਂ ਉਹ ਫਾਰਸੀ ਦੀਆਂ ਲਿਖਤਾਂ ਚੋਂ ਜਾਂ ਉਸ ਸਮੇਂ ਦੇ ਸਰਕਾਰੀ ਦਸਤਾਵੇਜ਼ਾਂ ਚੋਂ ਲੈ ਕੇ ਐਡਿਟ ਕੀਤਾ ਗਿਆ ਹੈ। ਤੇ ਜੇ ਉਸ ਸਮੇਂ ਕਿਸੇ ਸਿੰਘ ਨੇ ਮੁਖਬਰੀ ਕੀਤੀ ਹੁੰਦੀ ਤਾਂ ਉਹਨਾਂ ਨੇ ਤਾਂ ਇਸ ਗੱਲ ਨੂੰ ਵਧਾ ਚੜਾ ਕੇ ਦੱਸਣਾ ਸੀ, ਜਦਕਿ ਇਸ ਗੱਲ ਦਾ ਸਾਨੂੰ ਇਤਿਹਾਸ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ। ਪਰ ਹੌਲੀ-ਹੌਲੀ ਇਤਿਹਾਸ ਵਿੱਚ ਹੋ ਰਹੀਆਂ ਨਵੀਆਂ ਖੋਜਾਂ ਤੋਂ ਬਾਅਦ ਹੁਣ ਅਸਲੀ ਪੱਖ ਵੀ ਉੱਭਰ ਕੇ ਸਾਹਮਣੇ ਆ ਰਹੇ ਹਨ। ਡਾਕਟਰ ਗੰਡਾ ਸਿੰਘ ਜੀ ਆਪਣੀ ਬੁੱਕ ਡੈਥ ਆਫ ਗੁਰੂ ਗੋਬਿੰਦ ਸਿੰਘ ਐਟ ਨੰਦੇੜ ਸਾਹਿਬ ਵਿੱਚ ਇੱਕ ਛੋਟਾ ਜਿਹਾ ਜ਼ਿਕਰ ਅਨੰਦਪੁਰ ਸਾਹਿਬ ਦਾ ਵੀ ਕਰਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਸਮਾਂ ਵਾਲੀਆਂ ਚਿੱਠੀਆਂ ਮਿਲੀਆਂ ਤਾਂ ਉਹਨਾਂ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਮਨਾ ਕਰ ਦਿੱਤਾ। ਤਦ ਮਾਤਾ ਗੁਜਰ ਕੌਰ ਜੀ ਨੇ ਕਿਹਾ ਕਿ ਕਿਲੇ ਦੇ ਅੰਦਰ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ,
ਤੁਸੀਂ ਇੱਕ ਵਾਰ ਫੇਰ ਵਿਚਾਰ ਕਰਕੇ ਦੇਖ ਲਓ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਿ ਮੈਂ ਆਪਣੇ ਸਿੰਘਾਂ ਤੋਂ ਪੁੱਛ ਕੇ ਦੇਖਦਾ ਹਾਂ ਕਿ ਆਖਿਰ ਮੇਰਾ ਖਾਲਸਾ ਕੀ ਚਾਹੁੰਦਾ ਹੈ। ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਛਣ ਤੇ ਸਭ ਸਿੰਘਾਂ ਨੇ ਸਹਿਮਤੀ ਨਾਲ ਇੱਕ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾਈ, ਜਿਸ ਵਿੱਚ ਲਿਖਿਆ ਸੀ ਕਿ ਗੁਰੂ ਸਾਹਿਬ ਹਾਲਾਤ ਤਾਂ ਵਾਕਈ ਬਹੁਤ ਮਾੜੇ ਹੋ ਚੁੱਕੇ ਹਨ ਤੇ ਇੱਥੇ ਰਹਿ ਕੇ ਭੁੱਖ ਨਾਲ ਕਾਲ ਦੀ ਗੋਦ 'ਚ ਸਮਾਉਣ ਨਾਲੋਂ ਤੁਸੀਂ ਸਾਨੂੰ ਹੁਕਮ ਦਿਓ ਕਿ ਅਸੀਂ ਲੜ ਕੇ ਸ਼ਹੀਦੀਆਂ ਪਾਈਏ ਤਾਂ ਜੋ ਸਾਡੀ ਜ਼ਿੰਦਗੀ ਕਿਸੇ ਸਾਰਥਕ ਲੇਖੇ ਲੱਗ ਸਕੇ। ਇਸ ਖਤ ਨੂੰ ਆਪਾਂ ਵਿਦਾਵਾ ਨਹੀਂ ਕਹਿ ਸਕਦੇ ਕਿਉਂਕਿ ਸਿੰਘਾਂ ਨੇ ਛੱਡ ਕੇ ਭੱਜਣ ਦੀ ਥਾਂ ਲੜ ਕੇ ਸ਼ਹੀਦੀਆਂ ਪਾਉਣ ਦੀ ਆਗਿਆ ਮੰਗੀ ਸੀ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਾਰੀ ਆਪਣੀ ਬੁੱਕ ਮਰਦੇ ਗਮੜਾ ਵਿੱਚ ਦੱਸਦੇ ਹਨ ਕਿ ਅਸਲ 'ਚ ਮਾਝੇ ਦੇ ਸਿੰਘਾਂ ਤੇ ਲੱਗੇ ਇਸ ਵਿਦਾਵੇ ਦੇ ਕਲੰਕ ਦੇ ਪਿੱਛੇ ਦੀ ਸੱਚਾਈ ਕੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਲਿਆ ਗਿਆ ਤਾਂ ਪੂਰੀ ਵਿਹੀਰ ਨੂੰ 3 ਭਾਗਾਂ ਵਿੱਚ ਵੰਡਿਆ ਗਿਆ। ਪਹਿਲੇ ਜੱਥੇ 'ਚ ਗੁਰੂ ਸਾਹਿਬ ਦੇ ਮਹਿਲ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਤੇ 100 ਹੋਰ ਸਿੰਘ ਸਨ ਤੇ ਜੱਥੇ ਦੀ ਕਮਾਨ ਭਾਈ ਮਨੀ ਸਿੰਘ ਜੀ ਦੇ ਹੱਥ ਵਿੱਚ ਸੀ। ਤੇ ਦੂਜੇ ਜੱਥੇ ਵਿੱਚ ਗੁਰੂ ਸਾਹਿਬ ਜੀ ਆਪ, ਬਾਬਾ ਜੀਵਨ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਨ। ਤੀਸਰੇ ਜੱਥੇ ਵਿੱਚ ਭਾਈ ਉਦੇ ਸਿੰਘ ਜੀ, ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਕੁਝ ਹੋਰ ਸਿੰਘ ਸਨ। ਹੁਣ ਪਹਿਲਾ ਜੱਥਾ ਸਰਸਾ ਪਾਰ ਕਰ ਚੁੱਕਿਆ ਹੈ, ਦੂਸਰਾ ਜੱਥਾ ਸਰਸਾ ਦੇ ਉਰਲੇ ਪਾਸੇ ਹੈ ਤੇ ਤੀਜਾ ਜੱਥਾ ਅਨੰਦਪੁਰ ਸਾਹਿਬ ਤੋਂ ਨਿਕਲ ਚੁੱਕਿਆ ਹੈ। ਉਧਰੋਂ ਫੌਜਾਂ ਨੇ ਹਮਲਾ ਕਰ ਦਿੱਤਾ। ਤੀਸਰੇ ਜੱਥੇ ਚੋਂ ਭਾਈ ਉਦੇ ਸਿੰਘ ਜੀ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਹਨ। ਭਾਈ ਜੀਵਨ ਸਿੰਘ ਜੀ ਦੂਸਰੇ ਜੱਥੇ ਨੂੰ ਛੱਡ ਕੇ ਤੇ ਬਾਬਾ ਅਜੀਤ ਸਿੰਘ ਨੂੰ ਅੱਗੇ ਭੇਜ ਕੇ ਆਪ ਜੱਥੇ ਦੀ ਕਮਾਨ ਸਾਂਭ ਲੈਂਦੇ ਹਨ। ਭਿਆਨਕ ਜੰਗ ਵਿੱਚ ਕੁਝ ਸਮੇਂ ਬਾਅਦ ਉਹ ਵੀ ਸ਼ਹੀਦ ਹੋ ਜਾਂਦੇ ਹਨ। ਉਹਨੇ ਚਿਰ ਤੱਕ ਗੁਰੂ ਸਾਹਿਬ ਦਾ ਜੱਥਾ ਸਰਸਾ ਪਾਰ ਕਰਕੇ ਰੋਪੜ ਵੱਲ ਨਿਕਲ ਜਾਂਦਾ ਹੈ। ਆਪਣੇ ਜਰਨੈਲ ਜੀਵਨ ਸਿੰਘ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਬਾਕੀ ਬਚੇ ਸਿੰਘ ਗੁਰੂ ਸਾਹਿਬ ਦੀ ਭਾਲ ਕਰਦੇ ਹਨ। ਪਰ ਕਕਰੀਲੀਆਂ ਰਾਤਾਂ, ਦਰਿਆ ਵਿੱਚ ਪਾਣੀ ਦਾ ਹੜ੍ਹ ਆਇਆ ਹੋਇਆ ਸੀ, ਚਾਰੇ ਪਾਸੇ ਦੁਸ਼ਮਣ ਦੇ ਹਮਲੇ ਦਾ ਖਤਰਾ ਸੀ, ਸੰਘਣਾ ਜੰਗਲ ਸੀ। 1.5 ਦਿਨ ਤੱਕ ਭਟਕਦੇ ਰਹਿਣ ਤੋਂ ਬਾਅਦ ਵੀ ਜਦੋਂ ਇਹਨਾਂ ਬਾਕੀ ਬਚੇ ਸਿੰਘਾਂ ਨੂੰ ਗੁਰੂ ਸਾਹਿਬ ਨਹੀਂ ਲੱਭਦੇ ਤਾਂ ਉਹ ਅੰਮ੍ਰਿਤਸਰ ਵੱਲ ਚਾਲੇ ਪਾਉਣ ਦਾ ਵਿਚਾਰ ਕਰਦੇ ਹਨ ਤਾਂ ਜੋ ਉੱਥੇ ਜਾ ਕੇ ਸੰਗਤਾਂ ਨੂੰ ਦੱਸਿਆ ਜਾ ਸਕੇ ਕਿ ਕੀ ਭਾਣਾ ਵਾਪਰਿਆ ਹੈ। ਜਦੋਂ ਇਹ ਸਿੰਘ ਅੰਮ੍ਰਿਤਸਰ ਪਹੁੰਚੇ ਤਾਂ ਹਕੂਮਤ ਦੇ ਪਾਲਤੂਆਂ ਵੱਲੋਂ ਇਹਨਾਂ ਤੇ ਇਲਜ਼ਾਮ ਲਾਏ ਗਏ ਕਿ ਇਹ ਵਿਦਾਵਾ ਦੇ ਕੇ ਆਏ ਹਨ ਤਾਂ ਜੋ ਲੋਕ ਇਹਨਾਂ ਤੋਂ ਨਫ਼ਰਤ ਕਰਨ ਤੇ ਇਹਨਾਂ ਦੀ ਗੱਲ ਨਾ ਮੰਨਣ। ਕੁਝ ਲੋਕਾਂ ਨੇ ਇਦਾਂ ਦਾ ਬਿਹੇਵ ਕੀਤਾ ਵੀ, ਪਰ ਉਸ ਸਮੇਂ ਸਿੰਘਾਂ ਨੂੰ ਇੱਕ ਦੂਜੇ ਤੇ ਗਹਿਰਾ ਵਿਸ਼ਵਾਸ ਸੀ। ਇਹਨਾਂ ਸਿੰਘਾਂ ਨੇ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਕੇ ਸੰਗਤਾਂ ਨੂੰ ਜਾਗਰਤ ਕਰਨਾ ਸ਼ੁਰੂ ਕੀਤਾ। ਉਸੇ ਸਮੇਂ ਪੱਟੀ ਸ਼ਹਿਰ ਦਾ ਇੱਕ ਚੌਧਰੀ ਦੇਸਰਾਜ ਚੜ੍ਹਾਈ ਕਰ ਗਿਆ। ਉਸ ਦੇ ਪੁੱਤਰ ਭਾਈ ਨਿਧਾਨ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਉਸ ਇਲਾਕੇ ਦਾ ਪ੍ਰਚਾਰਕ ਤੇ ਸਿੱਖ ਜਥੇਦਾਰ ਥਾਪਿਆ ਸੀ। ਮਾਈ ਭਾਗੋ ਜੀ ਉਹਨਾਂ ਦੀ ਧਰਮ ਪਤਨੀ ਸਨ। ਸੁਭਾਵਕ ਹੈ ਕਿ ਜਥੇਦਾਰ ਦੇ ਪਿਤਾ ਦੇ ਅਕਾਲ ਚਲਾਣੇ ਤੇ ਸਿੱਖਾਂ ਦਾ ਵੱਡਾ ਇਕੱਠ ਹੋਣਾ ਸੀ। ਇਹਨਾਂ ਸਿੰਘਾਂ ਨੇ ਵੀ ਉੱਥੇ ਪਹੁੰਚ ਕੇ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਛੱਡਣਾ ਪਿਆ, ਪਰਿਵਾਰ ਖੇਰੂ ਹੋ ਗਿਆ, ਮਾਤਾ ਜੀ ਤੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ। ਸਿੰਘਾਂ ਦੇ ਯਤਨਾਂ ਨਾਲ ਜਨਤਾ ਵਿੱਚ ਜਾਗਰਤੀ ਆਈ, ਚਾਰੇ ਪਾਸੇ ਵਿਚਾਰਾਂ ਹੋਣੀਆਂ ਸ਼ੁਰੂ ਹੋਈਆਂ ਤੇ ਰੋਹ ਉੱਠਣ ਲੱਗ ਪਿਆ। ਹਰ ਹਕੂਮਤ ਦੇ ਕੁਝ ਇਦਾਂ ਦੇ ਲੋਕ ਹੁੰਦੇ ਹਨ ਜੋ ਸਰਕਾਰ ਤੇ ਜਨਤਾ ਦੇ ਵਿਚਾਲੇ ਵਿਚੋਲੀਏ ਦਾ ਕੰਮ ਕਰਦੇ ਹਨ, ਜਿਨ੍ਹਾਂ ਦਾ ਕੰਮ ਸੀ ਜਨਤਾ ਦੇ ਵਿਊ ਸਰਕਾਰ ਤੱਕ ਪਹੁੰਚਾਉਣਾ ਤੇ ਸਰਕਾਰ ਦੇ ਹੁਕਮ ਜਨਤਾ ਤੇ ਲਾਗੂ ਕਰਨਾ। ਇਹਨਾਂ ਨੂੰ ਚੌਧਰੀ ਕਿਹਾ ਜਾਂਦਾ ਸੀ। ਇਹਨਾਂ ਚੌਧਰੀਆਂ ਨੇ ਆਪਣੇ ਸੂਬਿਆਂ ਨੂੰ ਚਿੱਠੀਆਂ ਪਾਉਣੀਆਂ ਸ਼ੁਰੂ ਕੀਤੀਆਂ ਕਿ ਪਿੰਡਾਂ ਵਿੱਚ ਲਹਿਰ ਬਣਦੀ ਜਾ ਰਹੀ ਹੈ। ਸੂਬਿਆਂ ਨੇ ਅੱਗੇ ਉਹੀ ਰਿਪੋਰਟਾਂ ਔਰੰਗਜ਼ੇਬ ਤੱਕ ਪਹੁੰਚਾਈਆਂ, ਜਿਸ ਨਾਲ ਔਰੰਗਜ਼ੇਬ ਘਬਰਾ ਗਿਆ। ਇਸ ਤੋਂ ਬਾਅਦ ਉਸਨੇ 2 ਚਿੱਠੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਈਆਂ, ਜਿਸ ਵਿੱਚ ਉਸਨੇ ਸਾਰਾ ਕਸੂਰ ਵਜ਼ੀਰ ਖਾਨ ਦੇ ਸਿਰ ਮੜ ਕੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਤੇ ਕਿਹਾ ਕਿ ਮੈਂ ਤੁਹਾਡੇ ਨਾਲ ਸੁਲ੍ਹਾ ਕਰਨੀ ਚਾਹੁੰਦਾ ਹਾਂ। ਇਹ ਦੋਵੇਂ ਚਿੱਠੀਆਂ ਹਜੇ ਵੀ ਅਲੀਗੜ੍ਹ ਯੂਨੀਵਰਸਿਟੀ ਵਿੱਚ ਪਈਆਂ ਹਨ। ਔਰੰਗਜ਼ੇਬ ਨੇ ਸੂਬਿਆਂ ਰਾਹੀਂ ਚੌਧਰੀਆਂ ਨੂੰ ਹੁਕਮ ਦਿੱਤਾ ਕਿ ਤੁਹਾਡਾ ਪਿੰਡ ਦੇ ਲੋਕਾਂ ਨਾਲ ਨਿੱਜੀ ਸੰਬੰਧ ਹੈ, ਤੁਸੀਂ ਲੋਕਾਂ ਨਾਲ ਗੱਲਬਾਤ ਕਰੋ। ਇਹ ਲੋਕ ਗੁਰੂ ਦੀ ਸੰਗਤ ਹਨ, ਹੋ ਸਕਦਾ ਹੈ ਇਹ ਸਾਡਾ ਗੁਰੂ ਨਾਲ ਸਮਝੌਤਾ ਕਰਾ ਦੇਣ ਤੇ ਲੜਾਈ ਖਤਮ ਹੋ ਜਾਵੇ। ਤੇ ਜਦੋਂ ਇਹ ਚੌਧਰੀਆਂ ਨੇ ਅੱਗੇ ਗੱਲ ਕੀਤੀ ਤਾਂ ਇੱਕ ਮੀਟਿੰਗ ਹੋਈ, ਜਿਸ ਵਿੱਚ ਲਗਭਗ 250 ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਤੇ ਸਭ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਹਾਜ਼ਰ ਹੋਣ ਦੀ ਸਲਾਹ ਕੀਤੀ। ਤੇ ਫਿਰ ਇਸ ਮੀਟਿੰਗ ਦੇ ਕੁਝ ਚੁਣਿੰਦਾ ਆਗੂ ਸਿੰਘ, ਅਨੰਦਪੁਰ ਸਾਹਿਬ ਤੋਂ ਆਏ ਸਿੰਘਾਂ ਦਾ ਜੱਥਾ, ਕੁਝ ਪਿੰਡਾਂ ਦੇ ਚੌਧਰੀ, ਲਗਭਗ 60-70 ਮੁੱਖ ਲੋਕ, ਜਿਨ੍ਹਾਂ ਵਿੱਚ ਭਾਈ ਨਿਧਾਨ ਸਿੰਘ ਜੀ, ਭਾਈ ਮਹਾਂ ਸਿੰਘ ਜੀ, ਬੀਬੀ ਭਾਗ ਕੌਰ ਜੀ ਤੇ ਰਾਏ ਸਿੰਘ ਜੀ ਸ਼ਾਮਲ ਸਨ, ਜੱਥਾ ਬਣਾ ਕੇ ਗੁਰੂ ਸਾਹਿਬ ਨੂੰ ਮਿਲਣ ਜਾਂਦੇ ਹਨ। ਇੱਕ ਗੱਲ ਹੋਰ ਸਪਸ਼ਟ ਕਰਨ ਵਾਲੀ ਹੈ ਕਿ ਆਪਾਂ ਕਹਿੰਦੇ ਹਾਂ ਜਦੋਂ ਅਨੰਦਪੁਰ ਸਾਹਿਬ ਤੋਂ ਵਿਦਾਵਾ ਦੇ ਕੇ ਸਿੰਘ ਘਰੇ ਗਏ ਤਾਂ ਬੀਬੀਆਂ ਮਾਈਆਂ ਨੇ ਇਹਨਾਂ ਨੂੰ ਲਾਹਣਤਾਂ ਪਾਈਆਂ। ਪਰ ਜੇ ਹਿਸਾਬ ਲਾਈਏ ਤਾਂ ਅਨੰਦਪੁਰ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂਦਿਆਂ ਕਿੰਨਾ ਟਾਈਮ ਲੱਗਦਾ ਹੈ? ਵੱਧ ਤੋਂ ਵੱਧ ਹਫ਼ਤਾ, ਜੇ ਜ਼ਿਆਦਾ ਲਾਈਏ ਤਾਂ 10 ਦਿਨ। ਤੇ ਉੱਥੋਂ ਫਿਰ ਬੀਬੀਆਂ ਨੇ ਜਦੋਂ ਤਾਨੇ ਦਿੱਤੇ ਤਾਂ ਵਾਪਸ ਗੁਰੂ ਸਾਹਿਬ ਪਹੁੰਚੇ 10 ਦਿਨ ਹੋਰ ਲਾ ਲਓ। ਜਦਕਿ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਮੁਕਤਸਰ ਸਾਹਿਬ ਦੀ ਜੰਗ ਤੱਕ ਬੜਾ ਲੰਬਾ ਸਮਾਂ ਬਣਦਾ ਹੈ।
ਇੰਨਾ ਟਾਈਮ ਇਹ ਸਿੰਘ ਕਿੱਥੇ ਬੈਠੇ ਰਹੇ, ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ। ਇਹ ਉਹੀ ਸਮਾਂ ਹੈ ਜਦੋਂ ਇਹ ਸਿੰਘ ਪਿੰਡ-ਪਿੰਡ ਜਾ ਕੇ ਮੀਟਿੰਗ ਕਰਕੇ ਲੋਕਾਂ ਨੂੰ ਜਾਗਰਤ ਕਰ ਰਹੇ ਸਨ। ਹੁਣ ਇਹ ਸੰਗਤਾਂ ਦਾ ਜੱਥਾ ਗੁਰੂ ਸਾਹਿਬ ਦੀ ਭਾਲ ਸ਼ੁਰੂ ਕਰਦਾ ਹੈ। ਇਹ ਆਪਣਾ ਪਹਿਲਾ ਪੜਾਅ ਜੀਰੇ ਲਾਉਂਦੇ ਹਨ। ਉੱਥੇ ਇਹਨਾਂ ਨੂੰ ਪਤਾ ਚੱਲਦਾ ਹੈ ਕਿ ਗੁਰੂ ਜੀ ਕਪੂਰੇ ਚੌਧਰੀ ਤੋਂ ਅੱਗੇ ਤਲਵੰਡੀ ਸਾਬੋ ਦੇ ਏਰੀਏ ਵਿੱਚ ਚਲੇ ਗਏ ਹਨ। ਉੱਥੇ ਗੁਰੂ ਜੀ ਇਸ ਲਈ ਗਏ ਸਨ ਕਿਉਂਕਿ ਉਹ ਏਰੀਆ ਵਜ਼ੀਰ ਖਾਨ ਦਾ ਨਹੀਂ, ਮੁਲਤਾਨ ਦੇ ਗਵਰਨਰ ਦੇ ਅੰਡਰ ਆਉਂਦਾ ਸੀ ਤੇ ਵਜ਼ੀਰ ਖਾਨ ਤੇ ਮੁਲਤਾਨ ਦੇ ਗਵਰਨਰ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਸੀ। ਵਜ਼ੀਰ ਖਾਨ ਚਾਹ ਕੇ ਵੀ ਉੱਥੇ ਕੁਝ ਨਹੀਂ ਕਰ ਸਕਦਾ ਸੀ। ਡੱਲੇ ਚੌਧਰੀ ਨੂੰ ਵਜ਼ੀਰ ਖਾਨ ਦੀ ਚਿੱਠੀ ਵੀ ਮਿਲਦੀ ਹੈ ਤਾਂ ਉਹ ਅੱਗੋਂ ਜਵਾਬ ਦਿੰਦਾ ਹੈ ਕਿ ਭੁੱਲ ਕੇ ਵੀ ਇੱਧਰ ਨੂੰ ਮੂੰਹ ਨਾ ਕਰੀ ਜੇ ਚੰਗੀ ਚਾਹੁੰਦਾ ਹੈ ਤਾਂ। ਜਦੋਂ ਆਪਾਂ ਕੋਟਕਪੂਰੇ ਤੋਂ ਮੁਕਤਸਰ ਸਾਹਿਬ ਵੱਲ ਨੂੰ ਜਾਂਦੇ ਹਾਂ ਤਾਂ ਰਸਤੇ ਵਿੱਚ ਦੋ ਪਿੰਡ ਆਉਂਦੇ ਹਨ, ਰੂਪਿਆਣਾ ਤੇ ਰਾਮਿਆਣਾ। ਇੱਥੇ ਹੀ ਸੰਗਤਾਂ ਦਾ ਜੱਥਾ ਗੁਰੂ ਸਾਹਿਬ ਜੀ ਨੂੰ ਮਿਲਦਾ ਹੈ। ਇੱਥੇ ਚੌਧਰੀ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਮਾਤਾ ਜੀ ਸ਼ਹੀਦ ਹੋ ਗਏ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਅਨੰਦਪੁਰ ਸਾਹਿਬ ਛੱਡਣਾ ਪੈ ਗਿਆ, ਸਾਡਾ ਸਾਰਾ ਇਤਿਹਾਸਿਕ ਖਜ਼ਾਨਾ ਸਰਸਾ ਵਿੱਚ ਰੁੜ ਗਿਆ। ਹੁਣ ਤੁਸੀਂ ਇਕੱਲੇ ਬਚੇ ਹੋ, ਜੇ ਕੱਲ ਨੂੰ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਅਸੀਂ ਕਿੱਧਰ ਜਾਵਾਂਗੇ। ਅਸੀਂ ਚਾਹੁੰਦੇ ਹਾਂ ਕਿ ਸਾਡਾ ਗੁਰੂ ਸਾਡੇ ਕੋਲ ਰਹੇ। ਤੁਸੀਂ ਇਹ ਯੋਧੇ ਦਾ ਜੀਵਨ ਤਿਆਗ ਕੇ ਇੱਕ ਸੰਤ ਦੀ ਤਰ੍ਹਾਂ ਗੱਦੀ ਤੇ ਬੈਠੋ। ਅਸੀਂ ਤੁਹਾਡੀ ਦਿੱਲੀ ਹਕੂਮਤ ਨਾਲ ਸੁਲਾਹ ਕਰਾ ਦਿੰਨੇ ਹਾਂ। ਇੱਥੇ ਇੱਕ ਗੱਲ ਹੋਰ ਕਲੀਅਰ ਕਰਨ ਵਾਲੀ ਹੈ ਕਿ ਇਹ ਸਾਰੀਆਂ ਗੱਲਾਂ ਆਮ ਸੰਗਤਾਂ ਤੇ ਸਰਕਾਰੀ ਚੌਧਰੀਆਂ ਨੇ ਕਹੀਆਂ ਸੀ। ਅਨੰਦਪੁਰ ਸਾਹਿਬ ਤੋਂ ਵਿਛੜਿਆ ਸਿੰਘਾਂ ਦਾ ਜੱਥਾ ਤਾਂ ਇੱਥੇ ਆਉਂਦੇ ਹੀ ਫੌਜ ਵਿੱਚ ਦੁਬਾਰਾ ਰਲ ਗਿਆ ਸੀ। ਅੱਗੋਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਿੱਖ ਦਾ ਕੰਮ ਉਪਦੇਸ਼ ਲੈਣਾ ਹੈ ਜਾਂ ਦੇਣਾ। ਜਦੋਂ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਉਦੋਂ ਤੁਸੀਂ ਕਿੱਥੇ ਗਏ ਸੀ? ਜਦੋਂ ਨੌਵੇਂ ਪਾਤਸ਼ਾਹ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ, ਉਦੋਂ ਤੁਹਾਨੂੰ ਸੁਲਾਹ ਕਰਾਉਣ ਦਾ ਚੇਤਾ ਨਹੀਂ ਆਇਆ? ਜਦੋਂ ਅਨੰਦਪੁਰ ਸਾਹਿਬ ਵਿੱਚ ਸਿੰਘ ਇੰਨੇ ਮਹੀਨੇ ਤੱਕ ਭੁੱਖ ਪਿਆਸ ਤੇ ਦੁਸ਼ਮਣ ਨਾਲ ਲੜਦੇ ਰਹੇ, ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ? ਜਦੋਂ ਸਰਹੰਦ ਤੇ ਚਮਕੌਰ ਦੀ ਗੜੀ 'ਚ ਸ਼ਹੀਦੀਆਂ ਹੋਈਆਂ, ਉਦੋਂ ਤੁਸੀਂ ਸਮਝੌਤਾ ਕਰਾਉਣ ਕਿਉਂ ਨਹੀਂ ਆਏ? ਜਿਹੜੇ ਨੀਚ ਆਪਣੇ ਧਰਮ ਦੀਆਂ ਕਸਮਾਂ ਖਾ ਕੇ ਮੁੱਕਰ ਗਏ, ਉਹਨਾਂ ਨਾਲ ਕਾਹਦਾ ਸਮਝੌਤਾ ਕਰਨਾ? ਹੁਣ ਤਾਂ ਇਹ ਜਿਹੜੀ ਤੇਗ ਮਿਆਨ 'ਚੋਂ ਨਿਕਲੀ ਹੈ, ਉਹ ਮੈਦਾਨ ਫਤਿਹ ਕਰਕੇ ਹੀ ਮਿਆਨ 'ਚ ਵਾਪਸ ਪਊਗੀ। ਇਹ ਗੱਲ ਸੁਣ ਕੇ ਉਹ ਸਰਕਾਰੀ ਲੋਕ ਘਬਰਾ ਗਏ ਕਿ ਸਾਨੂੰ ਔਰੰਗਜ਼ੇਬ ਨੇ ਦਬਾਅ ਪਾਉਣਾ ਹੈ ਤੇ ਗੁਰੂ ਸਾਹਿਬ ਮੰਨ ਨਹੀਂ ਰਹੇ, ਹੁਣ ਕਰੀਏ ਕੀ? ਉਹਨਾਂ ਕਿਹਾ ਕਿ ਜੇ ਗੁਰੂ ਸਾਹਿਬ ਜੀ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਫਿਰ ਆਪਣੀ ਆਪਸ ਨਿਭ ਨਹੀਂ ਸਕਦੀ। ਗੁਰੂ ਸਾਹਿਬ ਅੱਗੋਂ ਫਰਮਾਏ ਕਿ ਜੇ ਨਹੀਂ ਨਿਭ ਸਕਦੀ ਤਾਂ ਲਿਖ ਕੇ ਦੇ ਦਿਓ। ਇਹਨਾਂ ਸਾਰੇ ਸਰਕਾਰੀ ਲੋਕਾਂ ਨੇ ਆਪਣੇ ਆਪ ਨੂੰ ਔਰੰਗਜ਼ੇਬ ਤੋਂ ਸੇਵ ਕਰਨ ਲਈ ਬੇਦਾਵਾ ਲਿਖ ਕੇ ਤੇ ਸਭ ਨੇ ਦਸਤਖਤ ਕਰਕੇ ਤੁਰੰਤ ਗੁਰੂ ਸਾਹਿਬ ਨੂੰ ਫੜਾ ਦਿੱਤਾ। ਹਜੇ ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਉਧਰੋਂ ਸੁਨੇਹਾ ਆਇਆ ਕਿ 8000 ਗਿਣਤੀ ਦੀ ਮੁਗਲ ਫੌਜ ਪਿੱਛਾ ਕਰਦੀ ਹੋਈ ਉੱਥੇ ਪਹੁੰਚਣ ਹੀ ਵਾਲੀ ਹੈ। ਸੋ ਗੁਰੂ ਸਾਹਿਬ ਤੇ ਉਹਨਾਂ ਦੇ ਸਿੰਘ ਤੁਰੰਤ ਘੋੜਿਆਂ ਤੇ ਸਵਾਰ ਹੋ ਕੇ ਉੱਥੋਂ ਚਾਲੇ ਪਾ ਦਿੰਦੇ ਹਨ। ਗੁਰੂ ਸਾਹਿਬ ਦੇ ਜਾਣ ਪਿੱਛੋਂ ਮਾਈ ਭਾਗੋ ਜੀ ਉਹਨਾਂ ਨੂੰ ਪੁੱਛਦੇ ਹਨ ਕਿ ਤੁਸੀਂ ਅੰਦਰ ਕੀ ਗੱਲਬਾਤ ਕੀਤੀ, ਤਾਂ ਉਹ ਦੱਸਦੇ ਹਨ ਕਿ ਗੁਰੂ ਸਾਹਿਬ ਨੇ ਸਾਡੀ ਗੱਲ ਨਹੀਂ ਮੰਨੀ ਤੇ ਅਸੀਂ ਤਾਂ ਬਦਾਵਾ ਲਿਖ ਕੇ ਦੇ ਆਏ ਹਾਂ। ਉਦੋਂ ਮਾਈ ਭਾਗਕੌਰ ਜੀ ਨੇ ਉਹਨਾਂ ਦੇ ਜ਼ਮੀਰ ਨੂੰ ਲਲਕਾਰਿਆ ਤੇ ਕਈ ਖਰੀਆਂ ਗੱਲਾਂ ਸੁਣਾਈਆਂ ਕਿ ਤੁਸੀਂ ਕਰਨ ਕੀ ਆਏ ਸੀ ਤੇ ਕਰਕੇ ਕੀ ਜਾ ਰਹੇ ਹੋ। ਇਹ ਸੁਣ ਕੇ ਸਿੱਖਾਂ ਦਾ ਜ਼ਮੀਰ ਜਾਗ ਗਿਆ। ਉਦੋਂ ਫਿਰ ਭਾਈ ਰਾਏ ਸਿੰਘ ਜੀ ਨੇ ਉੱਥੇ ਇੱਕ ਲਕੀਰ ਖਿੱਚੀ ਕਿ ਜਿਹੜੇ ਗੁਰੂ ਸਾਹਿਬ ਨਾਲ ਪ੍ਰੇਮ ਕਰਦੇ ਹਨ ਤੇ ਸ਼ਹੀਦੀਆਂ ਦੇ ਸਕਦੇ ਹਨ, ਉਹ ਲਕੀਰ ਦੇ ਉਰਲੇ ਪਾਸੇ ਆ ਜਾਣ ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨਾਲੋਂ ਆਪਣੇ ਪਰਿਵਾਰ ਦਾ ਮੋਹ ਜ਼ਿਆਦਾ ਹੈ, ਉਹ ਇੱਥੋਂ ਜਾ ਸਕਦੇ ਹਨ। ਸਰਕਾਰੀ ਚੌਧਰੀਆਂ ਨੂੰ ਛੱਡ ਕੇ ਲਗਭਗ ਸਾਰੇ ਸਿੰਘ ਲਕੀਰ ਪਾਰ ਕਰ ਜਾਂਦੇ ਹਨ। ਇਹ ਉਹੀ 40 ਸਿੰਘ ਹਨ ਜੋ ਇਤਿਹਾਸ ਵਿੱਚ 40 ਮੁਕਤਿਆਂ ਦੇ ਨਾਮ ਨਾਲ ਨਵਾਜੇ ਗਏ ਹਨ। ਇਹਨਾਂ ਸਿੰਘਾਂ ਨੇ ਹਿਸਾਬ ਲਗਾਇਆ ਕਿ ਦੁਸ਼ਮਣ ਤੇਜ਼ੀ ਨਾਲ ਚੜ੍ਹਦਾ ਆ ਰਿਹਾ ਹੈ ਤੇ ਗੁਰੂ ਸਾਹਿਬ ਉੱਥੋਂ ਥੋੜੀ ਦੂਰ ਹਜੇ ਉੱਚੀ ਟਿੱਬੀ ਤੇ ਹੀ ਪਹੁੰਚੇ ਹਨ। ਖਦਰਾਣੇ ਦੀ ਢਾਬ ਸੁੱਕੀ ਹੋਈ ਸੀ ਤੇ ਉੱਥੇ ਚਾਰੇ ਪਾਸੇ ਉੱਚੀਆਂ ਝਾੜੀਆਂ ਸਨ। ਸਿੰਘਾਂ ਨੇ ਉੱਥੇ ਹੀ ਮੋਰਚਾ ਲਾ ਲਿਆ। ਝਾੜੀਆਂ ਦੇ ਉੱਤੇ ਚਾਦਰਾਂ ਪਾ ਦਿੱਤੀਆਂ ਤਾਂ ਜੋ ਲੱਗੇ ਕਿ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੁਗਲ ਫੌਜਾਂ ਦੇ ਉੱਥੇ ਪਹੁੰਚਦੇ ਹੀ ਇਹ ਸਿੰਘ ਹਮਲਾ ਕਰ ਦਿੰਦੇ ਹਨ ਤੇ ਬੜੀ ਘਮਾਸਾਨ ਜੰਗ ਹੁੰਦੀ ਹੈ। ਸਿੰਘ ਬੜੀ ਵਧੀਆ ਪਲਾਨਿੰਗ ਨਾਲ ਤੇ ਬੜੇ ਬਹਾਦਰੀ ਨਾਲ ਲੜਦੇ ਹਨ। ਇਹਨਾਂ ਦੀ ਹੈਲਪ ਕਰਨ ਲਈ ਗੁਰੂ ਸਾਹਿਬ ਵੀ ਉੱਚੀ ਟਿੱਬੀ ਤੋਂ ਸਿੰਘਾਂ ਦਾ ਇੱਕ ਜੱਥਾ ਭੇਜਦੇ ਹਨ ਤੇ ਆਪ ਵੀ ਟਿੱਬੀ ਤੋਂ ਦੁਸ਼ਮਣਾਂ ਤੇ ਤੀਰ ਵਰਾਉਂਦੇ ਹਨ। ਸ਼ਾਮ ਤੱਕ ਦੁਸ਼ਮਣਾਂ ਦੀ ਅੱਧੀ ਫੌਜ ਨੂੰ ਸੋਧ ਦਿੱਤਾ ਜਾਂਦਾ ਹੈ, ਪਰ ਇਹ ਸਿੰਘ ਪਿੱਛੇ ਨਹੀਂ ਹਟਦੇ। ਗਰਮੀ ਦੇ ਦਿਨਾਂ 'ਚ ਲੜਦਿਆਂ ਮੁਗਲ ਫੌਜਾਂ ਦਾ ਪਿਆਸ ਨਾਲ ਬੁਰਾ ਹਾਲ ਹੋ ਜਾਂਦਾ ਹੈ। ਮੁਗਲ ਜਰਨੈਲ ਨਾਲ ਆਏ ਇਲਾਕੇ ਦੇ ਚੌਧਰੀ ਕਪੂਰੇ ਨੂੰ ਪੁੱਛਦਾ ਹੈ ਕਿ ਇੱਥੋਂ ਪਾਣੀ ਦਾ ਸਰੋਤ ਕਿੰਨੀ ਦੂਰ ਹੈ। ਇਹ ਕਪੂਰਾ ਗੁਰੂ ਸਾਹਿਬ ਦਾ ਸ਼ਰਧਾਲੂ ਸੀ, ਭਾਵੇਂ ਇਲਾਕੇ ਦਾ ਚੌਧਰੀ ਹੋਣ ਕਰਕੇ ਉਸ ਨੂੰ ਹਕੂਮਤ ਦੇ ਨਾਲ ਤੁਰਨਾ ਪੈ ਰਿਹਾ ਸੀ। ਜਰਨੈਲ ਨੂੰ ਗਲਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗੇ ਤੁਰਾਂਗੇ ਤਾਂ ਪਾਣੀ 30 ਕੋਹ ਤੇ ਹੈ ਤੇ ਵਾਪਸ ਜਾਵਾਂਗੇ ਤਾਂ 10 ਕੋਹ ਤੇ। ਪਿਆਸ ਨਾਲ ਮਰ ਰਹੀ ਮੁਗਲ ਫੌਜ ਵਾਪਸ ਹਟ ਜਾਂਦੀ ਹੈ। ਜੰਗ ਖਤਮ ਹੋਣ ਤੇ ਗੁਰੂ ਸਾਹਿਬ ਟਿੱਬੀ ਤੋਂ ਉਤਰ ਕੇ ਸਿੰਘਾਂ ਕੋਲ ਆਉਂਦੇ ਹਨ। ਮਾਂ ਸਿੰਘ ਜੀ ਦੇ ਸਵਾਸ ਹਜੇ ਚੱਲ ਰਹੇ ਸਨ।
ਗੁਰੂ ਸਾਹਿਬ ਉਹਨਾਂ ਨੂੰ ਗੋਦ ਵਿੱਚ ਲੈ ਕੇ ਪੁੱਛਦੇ ਹਨ ਕਿ ਮਾਂ ਸਿੰਘ ਜੀ ਕੋਈ ਅੰਤਿਮ ਇੱਛਾ ਹੈ ਤਾਂ ਜ਼ਰੂਰ ਦੱਸਿਓ। ਮਾਂ ਸਿੰਘ ਜੀ ਬੇਨਤੀ ਕਰਦੇ ਹਨ ਕਿ ਦਾਤਾ ਜੀ ਕਿਰਪਾ ਕਰਕੇ ਆ ਜਿਹੜਾ ਬਿਦਾਵਾ ਲਿਖ ਕੇ ਦਿੱਤਾ ਗਿਆ ਹੈ ਇਸ ਨੂੰ ਫਾੜ ਕੇ ਸਾਨੂੰ ਬਿਦਾਵਿਆਂ ਨੂੰ ਵਾਪਸ ਆਪਣੇ ਚਰਨਾਂ ਨਾਲ ਲਾ ਲਓ। ਗੁਰੂ ਸਾਹਿਬ ਤੁਰੰਤ ਆਪਣੇ ਕਮਰ ਕੱਸੇ ਚੋਂ ਬਿਦਾਵਾ ਕੱਢ ਕੇ ਪਾੜ ਦਿੰਦੇ ਹਨ ਤੇ ਮਾਂ ਸਿੰਘ ਜੀ ਗੁਰੂ ਸਾਹਿਬ ਦੀ ਗੋਦ ਵਿੱਚ ਆਪਣੇ ਸਾਹ ਪੂਰੇ ਕਰ ਲੈਂਦੇ ਹਨ। ਤਦ ਕੁਝ ਸਿੰਘਾਂ ਨੇ ਇੱਕ ਬੀਬੀ ਦੇ ਵੀ ਜੰਗੇ ਮੈਦਾਨ ਵਿੱਚ ਜ਼ਖਮੀ ਪਏ ਹੋਣ ਦੀ ਖਬਰ ਦਿੱਤੀ। ਇਹ ਮਾਈ ਭਾਗੋ ਜੀ ਸਨ। ਗੁਰੂ ਸਾਹਿਬ ਉਹਨਾਂ ਨੂੰ ਤਲਵੰਡੀ ਸਾਬੋ ਲਿਜਾ ਕੇ ਉਹਨਾਂ ਦਾ ਇਲਾਜ ਕਰਵਾਉਂਦੇ ਹਨ ਤੇ ਇਸ ਤੋਂ ਬਾਅਦ ਮਾਤਾ ਭਾਗ ਕੌਰ ਜੀ ਨੰਦੇੜ ਸਾਹਿਬ ਵੀ ਗੁਰੂ ਸਾਹਿਬ ਦੇ ਨਾਲ ਹੀ ਜਾਂਦੇ ਹਨ ਤੇ ਉੱਥੇ ਪੂਰਾ ਜੀਵਨ ਮਰਦਾਨਾ ਭੇਸ ਵਿੱਚ ਗੁਰੂ ਸਾਹਿਬ ਦਾ ਅੰਗ ਰੱਖਕ ਬਣ ਕੇ ਆਪਣੀ ਸੇਵਾ ਦਿੰਦੇ ਹਨ ਤੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੱਖਣ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ। ਅੱਜ ਦੱਖਣ ਵਿੱਚ ਆਪਾਂ ਨੂੰ ਜਿਹੜੀ ਵੀ ਸਿੱਖੀ ਦੇਖਣ ਨੂੰ ਮਿਲਦੀ ਹੈ ਉਹ ਸਾਰੀ ਮਾਈ ਭਾਗੋ ਜੀ ਦੀ ਹੀ ਦੇਣ ਹੈ। ਗੁਰੂ ਸਾਹਿਬ ਦੇ ਸੱਚੇ ਸ਼ਰਧਾਲੂ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨ। ਸਿੱਖੀਜ਼ਮ ਦਾ ਹਰ ਦਿਨ ਦਾ ਇਤਿਹਾਸ ਜਾਣਨ ਲਈ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ ਤੇ ਦੂਸਰਿਆਂ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ ਬਹੁਤ